ਅੱਜ ਅਸੀਂ ਇੱਕ ਈਸਾਈ ਦਾ ਜੀਵਨ ਇਸ ਸਿਰਲੇਖ ਦੇ ਹੇਠ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਾਂਗੇ। ਈਸਾਈਆਂ ਦੇ ਰੂਪ ਵਿੱਚ ਸਹੀ ਵਿਸ਼ਵਾਸ ਦੇ ਨਾਲ ਆਪਣੇ ਸਮੂਹ ਵਿੱਚ ਗਵਾਂਢੀਆਂ ਦੇ ਲਈ ਇੱਕ ਚੰਗਾ ਉਦਾਹਰਨ ਕਿਵੇਂ ਬਣਨਾ ਚਾਹੀਦਾ ਹੈ। ਸਾਨੂੰ ਸੰਸਾਰ ਦਾ ਨਮਕ ਅਤੇ ਚਾਨਣ ਬਣਨਾ ਚਾਹੀਦਾ ਹੈ, ਤਾਂ ਜੋ ਕੋਈ ਵੀ ਦੇਖੇ ਕਿ ਸਿਓਨ ਦੇ ਮੈਂਬਰ ਕਿਵੇਂ ਕੰਮ ਕਰਦੇ ਹਨ, ਉਹ ਸੋਚਣਗੇ ਕਿ ਮੈਨੂੰ ਲੱਗਦਾ ਹੈ ਕਿ ਉਹ ਚਰਚ ਆਫ ਗੋਡ ਵਿੱਚ ਜਾਂਦੇ ਹਨ। ਇਸ ਲਈ ਅੱਜ ਬਾਈਬਲ, ਨਬੀ ਅਤੇ ਪਰਮੇਸ਼ਵਰ ਕੀ ਚਾਹੁੰਦੇ ਹਨ ਕਿ ਈਸਾਈਆਂ ਦਾ ਜੀਵਨ ਕਿਵੇਂ ਦਾ ਹੋਵੇ। ਆਓ ਅਸੀਂ ਇਸ ਮਾਮਲੇ ਦੇ ਬਾਰੇ ਵਿੱਚ ਬਾਈਬਲ ਦੀਆਂ ਸਿੱਖਿਆ ਤੇ ਇੱਕ ਨਜ਼ਰ ਪਾਈਏ। ਸਭ ਤੋਂ ਪਹਿਲਾਂ ਆਓ ਅਸੀਂ ਯਸ਼ਾਇਆ ਅਧਿਆਇ 46 ਦੇਖੀਏ। ਵਚਨ 10 ਵਿੱਚ ਲਿਖਿਆ ਹੈ, ਮੈਂ ਆਦ ਤੋਂ ਅੰਤ ਨੂੰ ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ। ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ ਅਤੇ ਮੈਂ ਆਪਣੀ ਸਾਰੀ ਇੱਛਾ ਨੂੰ ਪੂਰੀ ਕਰਾਂਗਾ। ਪਰਮੇਸ਼ਵਰ ਨੇ ਆਦ ਤੋਂ ਅੰਤ ਜਾਣਨ ਦਿੱਤਾ ਅਤੇ ਅਤੀਤ ਤੋਂ ਹੀ ਭਵਿੱਖ ਦਿਖਾਇਆ ਜੋ ਹੁਣ ਤੱਕ ਨਹੀਂ ਹੋਇਆ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ਵਰ ਭਵਿੱਖ ਦੇ ਬਾਰੇ ਸਭ ਕੁਝ ਜਾਣਦੇ ਹਨ, ਹੈ ਨਾ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਿੱਚ ਇੱਕ ਹੋਰ ਵਚਨ ਦੇਖੀਏ। ਅਧਿਆਇ 22 ਵਚਨ 18, ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਇੱਥੇ ਇਸ ਪੋਥੀ ਬਾਈਬਲ ਨੂੰ ਦਰਸਾਉਂਦੀ ਹੈ ਜਿਸ ਨੂੰ ਅਸੀਂ ਦੇਖ ਰਹੇ ਹਾਂ, ਹੈ ਨਾ। ਜੋ ਕੋਈ ਇਹਨਾਂ ਵਿੱਚੋਂ ਕੁਝ ਵਧਾਵੇ ਤਾਂ ਉਹ ਬਵਾ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਵਰ ਉਸ ਉੱਤੇ ਵਧਾਵੇਗਾ, ਅਤੇ ਜੋ ਕੋਈ ਇਸ ਅਗਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ, ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ਵਰ ਉਹਦਾ ਹਿੱਸਾ ਘਟਾਵੇਗਾ। ਅਸੀਂ ਯਸ਼ਾਇਆ ਅਧਿਆਇ 46 ਤੇ ਪ੍ਰਕਾਸ਼ ਦੀ ਪੋਥੀ 22 ਨੂੰ ਇਸ ਕਾਰਨ ਨਾਲ ਪੜ੍ਹ ਰਹੇ ਹਾਂ ਕਿ ਪਰਮੇਸ਼ਵਰ ਜੋ ਆਦ ਤੋਂ ਅੰਤ ਦੇਖਦੇ ਹਨ, ਕਹਿੰਦੇ ਹਨ ਕਿ ਸਾਨੂੰ ਬਾਈਬਲ ਵਿੱਚੋਂ ਕੁਝ ਵੀ ਵਧਾਉਣਾ ਨਹੀਂ ਚਾਹੀਦਾ ਜਾਂ ਬਾਈਬਲ ਵਿੱਚੋਂ ਕੁਝ ਵੀ ਘਟਾਉਣਾ ਨਹੀਂ ਚਾਹੀਦਾ। ਅਸੀਂ ਇਹ ਪੂਰੀ ਤਰ੍ਹਾਂ ਨਾਲ ਨਹੀਂ ਸਮਝ ਸਕਦੇ ਕਿ ਪਰਮੇਸ਼ਵਰ ਨੇ ਇਸ ਤਰ੍ਹਾਂ ਕਿਉਂ ਕਿਹਾ। ਹਾਲਾਂਕਿ ਨੇੜੇ ਆਉਣ ਵਾਲੇ ਭਵਿੱਖ ਵਿੱਚ ਇਸ ਤਰ੍ਹਾਂ ਦਾ ਦਿਨ ਹੋਵੇਗਾ ਜਦੋਂ ਅਸੀਂ ਸਪਸ਼ਟ ਰੂਪ ਨਾਲ ਜਾਣ ਲਵਾਂਗੇ ਕਿ ਪਰਮੇਸ਼ਵਰ ਨੇ ਸਾਨੂੰ ਕਿਉਂ ਉਹ ਹੁਕਮ ਦਿੱਤਾ ਅਤੇ ਉਹ ਕਿਉਂ ਚਾਹੁੰਦੇ ਹਨ ਕਿ ਅਸੀਂ ਇਸ ਤਰ੍ਹਾਂ ਕਰੀਏ। ਠੀਕ ਉਹਨੇ ਸਪਸ਼ਟ ਰੂਪ ਨਾਲ ਜਿੰਨਾ ਅਸੀਂ ਇੱਕ ਦੂਸਰੇ ਦਾ ਚਿਹਰਾ ਦੇਖ ਸਕਦੇ ਹਾਂ। ਜਦੋਂ ਤੁਸੀਂ ਬਾਈਬਲ ਦੀ ਜਾਂਚ ਕਰਦੇ ਹੋ ਤਾਂ ਇਹ ਦੱਸਦੀ ਹੈ ਕਿ ਈਸਾਈਆਂ ਦਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ। ਕੁਝ ਲੋਕ ਸਬਤ ਅਤੇ ਪਸਾਹ ਨੂੰ ਕੀਮਤੀ ਰੂਪ ਨਾਲ ਲੈ ਸਕਦੇ ਹਨ, ਪਰ ਜਦੋਂ ਇੱਕ ਈਸਾਈ ਦੇ ਜੀਵਨ ਦੇ ਸੰਬੰਧ ਵਿੱਚ ਕੁਝ ਗੱਲ ਆਉਂਦੀ ਹੈ ਤਾਂ ਉਹ ਸ਼ੱਕ ਕਰਦੇ ਹਨ ਅਤੇ ਸੋਚਦੇ ਹਨ ਕਿ ਇਹ ਅਸਲ ਵਿੱਚ ਪਰਮੇਸ਼ਵਰ ਦਾ ਹੁਕਮ ਹੈ। ਫਿਰ ਉਹ ਇਸ ਨੂੰ ਸਿਰਫ ਬਾਈਬਲ ਦੇ ਨੈਤਿਕ ਭਾਗ ਦੇ ਰੂਪ ਵਿੱਚ ਲੈਂਦੇ ਹਨ, ਪਰ ਇਸ ਤਰ੍ਹਾਂ ਨਹੀਂ ਹੈ। ਬਾਈਬਲ ਕੀ ਕਹਿੰਦੀ ਹੈ ਕਿ ਸਾਨੂੰ ਪੋਥੀ ਦੇ ਸਾਰੇ ਸ਼ਬਦਾਂ ਦੇ ਨਾਲ ਕੀ ਕਰਨਾ ਚਾਹੀਦਾ ਹੈ। ਸਾਨੂੰ ਕੁਝ ਵੀ ਵਧਾਉਣਾ ਜਾਂ ਕੱਢਣਾ ਨਹੀਂ ਚਾਹੀਦਾ। ਸਾਨੂੰ ਧਾਰਮਿਕਤਾ ਵਿੱਚ ਬਦਲਣ ਦੇ ਲਈ ਪਰਮੇਸ਼ਵਰ ਸਾਨੂੰ ਸਵਰਗੀ ਨਾਗਰਿਕਤਾ ਦੇ ਰੂਪ ਵਿੱਚ ਚੰਗਾ ਅਤੇ ਦਿਆਲੂ ਹੋਣਾ ਸਿਖਾਉਂਦੇ ਹਨ। ਕੁਝ ਲੋਕ ਕਹਿੰਦੇ ਹਨ ਜਦੋਂ ਅਸੀਂ ਚੰਗਾ ਅਤੇ ਦਿਆਲੂ ਵਰਤਾਵ ਕਰਦੇ ਹਾਂ ਤਾਂ ਦੁਨੀਆ ਉਹ ਸਾਡੇ ਨਾਲ ਇਸ ਤਰ੍ਹਾਂ ਵਰਤਾਵ ਕਰਦੀ ਹੈ ਜਿਵੇਂ ਅਸੀਂ ਮੂਰਖ ਹੋਈਏ। ਸਾਨੂੰ ਇਸ ਤਰ੍ਹਾਂ ਜੀਵਨ ਦੀ ਜ਼ਰੂਰਤ ਕਿਉਂ ਹੈ? ਹਾਲਾਂਕਿ ਕਿਉਂਕਿ ਇਹ ਪਰਮੇਸ਼ਵਰ ਦਾ ਵਚਨ ਹੈ ਤਾਂ ਸਾਨੂੰ ਇਸ ਨੂੰ ਕਰਨਾ ਚਾਹੀਦਾ ਹੈ। ਕਿ ਪਰਮੇਸ਼ਵਰ ਬਾਈਬਲ ਵਿੱਚ ਸਾਡੀ ਮੁਕਤੀ ਦੇ ਲਈ ਕੁਝ ਵੀ ਫਾਲਤੂ ਰਿਕਾਰਡ ਕਰਦੇ ਹਨ? ਜੋ ਕੁਝ ਵੀ ਦਰਜ ਕੀਤਾ ਗਿਆ ਹੈ ਉਹ ਸਾਡੇ ਲਈ ਸਵਰਗ ਜਾਣ ਦੇ ਲਈ ਜ਼ਰੂਰੀ ਹੈ। ਉਹਨਾਂ ਲੋਕਾਂ ਦੇ ਬਾਰੇ ਕਿ ਜੋ ਇਸ ਤਰ੍ਹਾਂ ਨਹੀਂ ਕਰ ਸਕਦੇ ਹਨ। ਇਸ ਕਰਕੇ ਪਰਮੇਸ਼ਵਰ ਨੇ ਕਿਹਾ ਕਿ ਸਾਨੂੰ ਫਿਰ ਤੋਂ ਜਨਮ ਲੈਣਾ ਚਾਹੀਦਾ ਹੈ ਨਾ। ਫਿਰ ਤੋਂ ਜਨਮ ਲੈਣ ਦੇ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਇੱਕ ਵਾਰ ਕੋਸ਼ਿਸ਼ ਕਰਨ ਤੇ ਕੰਮ ਨਹੀਂ ਕਰਦਾ ਤਾਂ 2 ਵਾਰ ਅਤੇ 3 ਵਾਰ ਕੋਸ਼ਿਸ਼ ਕਰੋ। ਉਦਾਹਰਨ ਦੇ ਲਈ ਜਦੋਂ ਥੋਮਸ ਐਡੀਸਨ ਨੇ ਬਿਜਲੀ ਦੇ ਬਲਬ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਅਸਫਲ ਹੋਣ ਦੇ ਬਾਅਦ ਪਰਮੇਸ਼ਵਰ ਤੋਂ ਪ੍ਰਾਰਥਨਾ ਕੀਤੀ, ਕਿਰਪਾ ਮੈਨੂੰ ਮਨੁੱਖ ਜਾਤੀ ਨੂੰ ਚਾਨਣ ਪ੍ਰਦਾਨ ਕਰਨ ਦੇ ਤਰੀਕੇ ਨੂੰ ਲੱਭਣ ਦਿਓ। ਕਿਰਪਾ ਮੈਨੂੰ ਜਾਣਨ ਦਿਓ ਕਿ ਕੀ ਗਲਤ ਹੋਇਆ। ਇਸ ਤਰ੍ਹਾਂ ਉਹ ਪ੍ਰਾਰਥਨਾ ਕਰਦਾ ਰਿਹਾ ਅਤੇ ਪਰਮੇਸ਼ਵਰ ਤੋਂ ਮਦਦ ਮੰਗਦਾ ਰਿਹਾ। ਤਾਂ ਆਖਰਕਾਰ ਉਸਨੇ ਹਨੇਰੀ ਦੁਨੀਆ ਨੂੰ ਚਾਨਣ ਦੇਣ ਦੇ ਲਈ ਆਧੁਨਿਕ ਸਭਿਅਤਾ ਦੀਆਂ ਜ਼ਰੂਰਤਾਂ ਵਿੱਚੋਂ ਇੱਕ ਦੀ ਖੋਜ ਕੀਤੀ। ਸਾਰੇ ਲੋਕੋ ਪਰਮੇਸ਼ਵਰ ਨੇ ਜੋ ਆਦ ਤੋਂ ਅੰਤ ਜਾਣਦੇ ਹਨ, ਬਾਈਬਲ ਵਿੱਚ ਹਰ ਵਚਨ ਲਿਖਿਆ ਹੈ।
ਫਿਰ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਕਿ ਅਸੀਂ ਕੁਝ ਨਾ ਵਧਾਈਏ ਜਾਂ ਨਾ ਘਟਾਈਏ। ਇਸ ਲਈ ਸਾਨੂੰ ਬਾਈਬਲ ਵਿੱਚ ਲਿਖੇ ਹਰ ਇੱਕ ਵਚਨ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜਦੋਂ ਪਰਮੇਸ਼ਵਰ ਸਾਨੂੰ ਬਾਈਬਲ ਵਿੱਚੋਂ ਕੁਝ ਕਰਨ ਦੇ ਲਈ ਕਹਿੰਦੇ ਹਨ ਤਾਂ ਸਾਨੂੰ ਉਸ ਨੂੰ ਨੈਤਿਕ ਮਾਨਕ ਦੇ ਰੂਪ ਵਿੱਚ ਨਹੀਂ ਰੱਖਣਾ ਚਾਹੀਦਾ, ਬਲਕਿ ਪਰਮੇਸ਼ਵਰ ਦੇ ਵਚਨ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਸਿੱਖਿਆ ਸਾਨੂੰ ਸਿਰਫ ਇਸ ਲਈ ਦਿੱਤੀ ਗਈ ਹੈ ਕਿ ਦੂਸਰਿਆਂ ਦੇ ਨਾਲ ਮਿਲ ਕੇ ਚੰਗੇ ਰਹੀਏ ਅਤੇ ਲੋਕਾਂ ਦੇ ਨਾਲ ਨਾ ਲੜੀਏ। ਜੇਕਰ ਅਸੀਂ ਨਹੀਂ ਕਰ ਸਕਦੇ ਤਾਂ ਸਾਨੂੰ ਇਹ ਨਹੀਂ ਕਰਨਾ ਹੋਵੇਗਾ। ਜਦੋਂ ਅਸੀਂ ਇਸ ਵਿਚਾਰ ਦੀ ਤੁਲਨਾ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 18 ਅਤੇ 19 ਨਾਲ ਕਰਦੇ ਹਾਂ ਤਾਂ ਤੁਸੀਂ ਕਹਿ ਰਹੇ ਹੋ ਕਿ ਪਰਮੇਸ਼ਵਰ ਦੇ ਵਚਨਾਂ ਵਿੱਚੋਂ ਵਧਾਉਣਾ ਜਾਂ ਉਸ ਵਿੱਚੋਂ ਕੁਝ ਘਟਾਉਣਾ ਠੀਕ ਹੈ ਨਾ? ਬਾਈਬਲ ਕੀ ਕਹਿੰਦੀ ਹੈ? ਜਿੰਨਾ ਅਸੀਂ ਬਾਈਬਲ ਵਿੱਚ ਵਧਾਉਂਦੇ ਹਾਂ ਉਨਾ ਹੀ ਸਾਡੇ ਤੇ ਵਿਪਤਾਵਾਂ ਵਧਾਈਆਂ ਜਾਂਦੀਆਂ ਹਨ। ਨਾਲ ਹੀ ਜਦੋਂ ਅਸੀਂ ਬਾਈਬਲ ਦੇ ਵਚਨਾਂ ਵਿੱਚੋਂ ਕੁਝ ਕੱਢਦੇ ਹਾਂ ਤਾਂ ਸਵਰਗ ਜਾਣ ਦਾ ਸਾਡਾ ਵਿਸ਼ੇਸ਼ ਅਧਿਕਾਰ ਲੈ ਲਿਆ ਜਾਵੇਗਾ। ਅਸੀਂ ਪਹਿਲਾਂ ਉਹਨਾਂ ਵਚਨਾਂ ਨੂੰ ਦੇਖਿਆ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਸਮਝ ਦੇ ਨਾਲ ਪਰਮੇਸ਼ਵਰ ਦੇ ਵਚਨ ਨੂੰ ਦੇਖੋ। ਇਸ ਤਰ੍ਹਾਂ ਦੇ ਕੁਝ ਮਾਮਲੇ ਹਨ ਜਿੱਥੇ ਦੁਨੀਆ ਦੇ ਲੋਕਾਂ ਦੁਆਰਾ ਪਰਮੇਸ਼ਵਰ ਦੇ ਵਿਸ਼ਵਾਸੀਆਂ ਦੀ ਟਿੱਪਣੀ ਕੀਤੀ ਜਾਂਦੀ ਹੈ। ਭਾਵੇਂ ਹੀ ਉਹ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ, ਪਰ ਉਸ ਦੀ ਸ਼ਖਸੀਅਤ ਬਹੁਤ ਕਠੋਰ ਹੈ। ਉਹ ਸਿਰਫ ਆਪਣੀ ਪਰਵਾਹ ਕਰਦੀ ਹੈ, ਉਹ ਦੂਸਰਿਆਂ ਦੀ ਪਰਵਾਹ ਨਹੀਂ ਕਰਦੀ, ਪਰ ਸਿਰਫ ਇਹ ਪਰਵਾਹ ਕਰਦੀ ਹੈ ਕਿ ਚੀਜ਼ਾਂ ਉਸ ਦੇ ਲਈ ਕੰਮ ਕਰ ਰਹੀਆਂ ਹਨ ਜਾਂ ਨਹੀਂ। ਜਿਨ੍ਹਾਂ ਲੋਕਾਂ ਦੀ ਇਸ ਤਰ੍ਹਾਂ ਦੀ ਬੁਰੀ ਇੱਜ਼ਤ ਹੈ ਉਹ ਸਾਡੇ ਸਿਉਨ ਦੇ ਮੈਂਬਰ ਨਹੀਂ ਹੋਣੇ ਚਾਹੀਦੇ। ਅਸੀਂ ਉਹਨਾਂ ਮਾਮਲਿਆਂ ਨੂੰ ਆਸਾਨੀ ਨਾਲ ਦੇਖ ਸਕਦੇ ਹਾਂ ਜਿੱਥੇ ਲੋਕ ਉਹਨਾਂ ਲੋਕਾਂ ਦੇ ਬਾਰੇ ਵਿੱਚ ਗੱਲ ਕਰਦੇ ਹਨ ਜੋ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ। ਉਹ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹੋਏ ਇਸ ਤਰ੍ਹਾਂ ਨਾਲ ਕਿਵੇਂ ਵਰਤਾਵ ਕਰ ਸਕਦੇ ਹਨ? ਉਸ ਤਰ੍ਹਾਂ ਦਾ ਵਿਅਕਤੀ ਕਿਵੇਂ ਇੱਕ ਅਹੁਦਾ ਧਾਰਨ ਕਰਨ ਵਾਲਾ ਵਿਸ਼ਵਾਸੀ ਹੋ ਸਕਦਾ ਹੈ? ਭਾਵੇਂ ਹੀ ਉਹ ਦੂਸਰਿਆਂ ਦੇ ਬਾਰੇ ਗੱਲ ਕਰ ਰਹੇ ਹਨ, ਪਰ ਇਸ ਨਾਲ ਮੈਨੂੰ ਬੇਚੈਨ ਮਹਿਸੂਸ ਹੁੰਦਾ ਹੈ। ਇਹ ਸਾਡੇ ਸਿਉਨ ਦੇ ਮੈਂਬਰਾਂ ਦੇ ਨਾਲ ਨਹੀਂ ਹੋਣਾ ਚਾਹੀਦਾ। ਜੇਕਰ ਅਸੀਂ ਹੁਣ ਵੀ ਸੰਸਾਰਿਕ ਰੀਤੀ ਰਿਵਾਜਾਂ ਦੇ ਆਦੀ ਹਾਂ ਤਾਂ ਸਾਨੂੰ ਆਪਣੇ ਰੀਤੀ ਰਿਵਾਜਾਂ ਨੂੰ ਸਵਰਗੀ ਰੀਤੀ ਰਿਵਾਜਾਂ ਵਿੱਚ ਬਦਲਣਾ ਚਾਹੀਦਾ ਹੈ। ਆਓ ਅਸੀਂ ਮੱਤੀ ਅਧਿਆਇ 5 ਤੇ ਜਾਈਏ। ਅਧਿਆਇ 5 ਵਚਨ 13। ਤੁਸੀਂ ਧਰਤੀ ਦੇ ਲੂਣ ਹੋ, ਪਰ ਜੇ ਲੂਣ ਬੇਸਵਾਦ ਹੋ ਜਾਵੇ ਤਾਂ ਕਿਸ ਬਿਧ ਸਲੂਣਾ ਕੀਤਾ ਜਾਵੇਗਾ? ਉਹ ਫਿਰ ਕਿਸੇ ਕੰਮ ਦਾ ਨਹੀਂ, ਪਰ ਇਹ ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ। ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵਸਦਾ ਹੈ ਉਹ ਗੁੱਝਾ ਨਹੀਂ ਰਹਿ ਸਕਦਾ, ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦੇ ਹਨ, ਤਾਂ ਉਹ ਸਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। ਇਸ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਕੀ ਦੇਖ ਕੇ, ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ। ਕੀ ਅਸੀਂ ਪਰਮੇਸ਼ਵਰ ਦੇ ਇਸ ਵਚਨ ਵਿੱਚ ਕੁਝ ਵਧਾ ਜਾਂ ਘਟਾ ਸਕਦੇ ਹਾਂ ਜਾਂ ਨਹੀਂ? ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਬਸ ਉਹ ਕਰਨ ਦੀ ਜ਼ਰੂਰਤ ਹੈ ਜੋ ਅਸੀਂ ਕਰ ਸਕਦੇ ਹਾਂ? ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ, ਪਰ ਪਰਮੇਸ਼ਵਰ ਦੀ ਕਿਰਪਾ ਭਰਪੂਰ ਸਿੱਖਿਆਵਾਂ ਦਾ ਜਿਵੇਂ ਉਹ ਹਨ ਪਾਲਨ ਕਰਨਾ ਚਾਹੀਦਾ ਹੈ। ਜੇਕਰ ਅਜੇ ਵੀ ਕੋਈ ਸਾਡੇ ਕੰਮ ਹਨ ਜੋ ਸਾਡੇ ਆਲੇ ਦੁਆਲੇ ਦੇ ਲੋਕਾਂ ਦੁਆਰਾ ਦੱਸੇ ਜਾ ਸਕਦੇ ਹਨ ਅਤੇ ਜਿਨ੍ਹਾਂ ਦੀ ਨਿੰਦਾ ਕੀਤੀ ਜਾ ਸਕਦੀ ਹੈ, ਤਾਂ ਆਓ ਅੱਜ ਅਸੀਂ ਆਪਣੇ ਸਾਰੇ ਬੁਰੇ ਕੰਮਾਂ, ਦੁਸ਼ਟ ਵਿਚਾਰਾਂ ਅਤੇ ਸਵਾਰਥੀ ਮਨ ਤੋਂ ਛੁਟਕਾਰਾ ਪਾਈਏ। ਜਿਵੇਂ ਕਿ ਲਿਖਿਆ ਹੈ, ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ। ਆਓ ਅਸੀਂ ਪਰਮੇਸ਼ਵਰ ਦੇ ਲੋਕਾਂ ਦੇ ਰੂਪ ਵਿੱਚ ਫਿਰ ਤੋਂ ਜਨਮ ਲੈਣ ਵਿੱਚ ਪਰਿਪੱਕ ਹੋਣ ਲਈ ਯਕੀਨੀ ਬਣਾਈਏ। ਆਓ ਅਸੀਂ ਤੀਤੁਸ ਅਧਿਆਇ 2 ਤੇ ਜਾਈਏ। ਸਾਨੂੰ ਈਸਾਈਆਂ ਦੇ ਰੂਪ ਵਿੱਚ ਕਿਸ ਤਰ੍ਹਾਂ ਦਾ ਜੀਵਨ ਜਿਉਣਾ ਚਾਹੀਦਾ ਹੈ? ਜੇਕਰ ਅਸੀਂ ਸੁਣਦੇ ਹਾਂ ਕਿ ਉਹ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਉਸੇ ਤਰ੍ਹਾਂ ਹੀ ਕੰਮ ਕਰਦਾ ਹੈ, ਤਾਂ ਸਾਡੇ ਵਰਤਾਵਾਂ ਦੇ ਨਤੀਜੇ ਵਿੱਚ ਪਰਮੇਸ਼ਵਰ ਦੀ ਬੇਇੱਜ਼ਤੀ ਹੋ ਸਕਦੀ ਹੈ। ਆਓ ਅਸੀਂ ਅਧਿਆਇ 2 ਵਚਨ 7 ਦੇਖੀਏ। ਅਤੇ ਸਭਨੀ ਗੱਲੀ ਤੋਂ ਆਪਣੇ ਆਪ ਨੂੰ ਸ਼ੁਭ ਕਰਮਾਂ ਦਾ ਨਮੂਨਾ ਕਰ ਵਿਖਾ, ਸਿੱਖਿਆ ਦੇਣ ਵਿੱਚ ਸੁਚਮਤਾਈ ਅਤੇ ਗੰਭੀਰਤਾਈ ਅਤੇ ਖਰਾ ਬਚਨ ਹੋਵੇ ਜਿਹਦੇ ਉੱਤੇ ਕੋਈ ਦੋਸ਼ ਨਾ ਲੱਗ ਸਕੇ। ਭਾਈ ਵਿਰੋਧੀ ਸਾਡੇ ਉੱਤੇ ਔਗੁਣ ਲਾਉਣ ਦਾ ਦਾਅ ਨਾ ਪਾ ਕੇ ਲੱਜਿਆਵਾਨ ਹੋਵੇ। ਗੁਲਾਮਾਂ ਨੂੰ ਤਾਕੀਦ ਕਰ ਜੋ ਆਪਣੀਆਂ ਮਾਲਕਾਂ ਦੇ ਅਧੀਨ ਰਹਿਣ ਅਤੇ ਸਭਨਾਂ ਗੱਲਾਂ ਵਿੱਚ ਉਹਨਾਂ ਦੇ ਮਨ ਭਾਉਂਦੇ ਹੋਣ ਅਤੇ ਗੱਲ ਨਾ ਮੋੜਨ। ਇੱਥੇ ਗੱਲ ਮੋੜਨਾ ਬਗਾਵਤ ਕਰਨਾ ਹੈ। ਸਾਨੂੰ ਇਹ ਸੋਚਣਾ ਚਾਹੀਦਾ ਹੈ
ਕਿ ਅਸੀਂ ਗੱਲ ਨਾ ਮੋੜਨ ਦੇ ਬਜਾਏ ਬੁੱਧੀ ਦੇ ਨਾਲ ਕਿਵੇਂ ਗੱਲ ਕਰ ਸਕਦੇ ਹਾਂ। ਇੱਥੇ ਲਿਖਿਆ ਹੈ ਗੁਲਾਮ, ਪਰ ਅਸੀਂ ਇਸ ਤਰ੍ਹਾਂ ਦੇ ਯੁੱਗ ਵਿੱਚ ਜੀ ਰਹੇ ਹਾਂ ਜਦੋਂ ਕੋਈ ਗੁਲਾਮ ਨਹੀਂ ਹੈ। ਹਾਲਾਂਕਿ ਕੀ ਕੰਮ ਤੇ ਜਾਂ ਕਿਸੇ ਵੀ ਸੰਸਥਾ ਵਿੱਚ ਬੰਤਰਾਂ ਨਹੀਂ ਹਨ। ਜਦੋਂ ਤੱਕ ਤੁਹਾਡੇ ਉੱਪਰ ਦਾ ਕੋਈ ਵਿਅਕਤੀ ਤੁਹਾਨੂੰ ਕਿਸੇ ਦੁਸ਼ਟ ਕੰਮ ਵਿੱਚ ਸ਼ਾਮਿਲ ਹੋਣ ਦੇ ਲਈ ਨਾ ਬੋਲੇ, ਜਾਂ ਜਦੋਂ ਤੱਕ ਉਹ ਨਹੀਂ ਚਾਹੁੰਦਾ ਕਿ ਤੁਸੀਂ ਪਰਮੇਸ਼ਵਰ ਦੇ ਮਰਜ਼ੀ ਦੇ ਵਿਰੁੱਧ ਜਾਓ, ਤਦ ਤੱਕ ਕਿਰਪਾ ਖੁਸ਼ੀ ਨਾਲ ਆਦੇਸ਼ ਮੰਨੋ ਅਤੇ ਮੁੜ ਕੇ ਗੱਲ ਨਾ ਕਰੋ। ਵਚਨ 10 ਕਹਿੰਦਾ ਹੈ ਚੋਰੀ ਚਲਾਕੀ ਨਾ ਕਰਨ। ਇਹ ਵੀ ਸਾਡੇ ਈਸਾਈਆਂ ਦੇ ਲਈ ਬਾਈਬਲ ਵਿੱਚ ਪਰਮੇਸ਼ਵਰ ਦੀ ਸਿੱਖਿਆ ਹੈ। ਚੋਰੀ ਚਲਾਕੀ ਨਾ ਕਰਨ, ਸਗੋਂ ਪੂਰੀ ਮਾਤਬਰੀ ਵਿਖਾਲਣ। ਭਈ ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀਦਾਤਾ ਪਰਮੇਸ਼ਵਰ ਦੀ ਕੀ ਸਿੱਖਿਆ ਨੂੰ ਸਿੰਗਾਰਨ। ਪਰਮੇਸ਼ਵਰ ਦੇ ਵਿਸ਼ਵਾਸੀ ਪੱਕੀ ਤਰ੍ਹਾਂ ਜੀਵਨ ਜਿਉਂਦੇ ਹਨ। ਉਹ ਭਰੋਸੇਯੋਗ ਹਨ। ਮੈਂ ਉਹਨਾਂ ਤੇ ਭਰੋਸਾ ਕਰ ਸਕਦਾ ਹਾਂ। ਬਾਈਬਲ ਸਾਨੂੰ ਚੰਗੇ ਉਦਾਹਰਨਾਂ ਨੂੰ ਦਿਖਾਉਣ ਦੀ ਅਗਵਾਈ ਕਰਨ ਦੇ ਲਈ ਸਿਖਾਉਂਦੀ ਹੈ। ਵਚਨ 11 ਕਿਉਂ ਜੋ ਪਰਮੇਸ਼ਵਰ ਦੀ ਕਿਰਪਾ ਸਭਨਾ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ ਅਤੇ ਸਾਨੂੰ ਤਾੜਨਾ ਦਿੰਦੀ ਹੈ ਭਾਈ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਯੁੱਗ ਵਿੱਚ ਸੂਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ। ਇਸ ਦੁਨੀਆ ਵਿੱਚ ਸਾਨੂੰ ਇਸ ਤਰ੍ਹਾਂ ਦਾ ਜੀਵਨ ਕਿਉਂ ਜੀਣਾ ਚਾਹੀਦਾ ਹੈ? ਇਸ ਦਾ ਪੱਕਾ ਕਾਰਨ ਹੈ ਪਰਮੇਸ਼ਰ ਸਾਨੂੰ ਕਦੀ ਵੀ ਬਿਨਾਂ ਕਾਰਨ ਦੇ ਕੁਝ ਕਰਨ ਦੇ ਲਈ ਨਹੀਂ ਕਹਿੰਦੇ। ਜੇਕਰ ਇਹ ਸਾਡੀ ਮੁਕਤੀ ਨਾਲ ਸੰਬੰਧਿਤ ਨਹੀਂ ਹੁੰਦਾ ਤਾਂ ਪਰਮੇਸ਼ਰ ਨੇ ਸਾਨੂੰ ਇਹ ਬੇਨਤੀ ਨਾ ਕੀਤੀ ਹੁੰਦੀ। ਸਾਨੂੰ ਬਾਈਬਲ ਦੀਆਂ 6 ਕਿਤਾਬਾਂ ਵਿੱਚ ਲਿਖੇ ਵਚਨਾਂ ਵਿੱਚ ਇੱਕ ਵੀ ਵਚਨ ਨਹੀਂ ਵਧਾਉਣਾ ਚਾਹੀਦਾ ਜਾਂ ਉਹਨਾਂ ਵਿੱਚ ਇੱਕ ਵੀ ਵਚਨ ਨਹੀਂ ਕੱਢਣਾ ਚਾਹੀਦਾ। ਭਾਵੇਂ ਹੀ ਅਸੀਂ ਕੱਲ ਤੱਕ ਸੰਸਾਰਿਕ ਜੀਵਨ ਬਿਤਾਇਆ ਹੋਵੇ, ਪਰ ਅੱਜ ਅਸੀਂ ਸਿੱਖਿਆ ਹੈ ਅਤੇ ਜਾਣਦੇ ਹਾਂ ਤਾਂ ਕਿ ਸਾਨੂੰ ਇਸ ਘੜੀ ਤੋਂ ਪਰਮੇਸ਼ਵਰ ਦੇ ਵਚਨਾਂ ਤੇ ਅਮਲ ਨਹੀਂ ਕਰਨਾ ਚਾਹੀਦਾ। ਵਚਨ 13 ਅਤੇ ਉਸ ਸ਼ੁਭ ਆਜ਼ਦੀ ਅਤੇ ਆਪਣੇ ਮਹਾਪਰਮੇਸ਼ਵਰ ਅਤੇ ਮੁਕਤੀਦਾਤਾ ਯੀਸ਼ੂ ਮਸੀਹ ਦੇ ਤੇਜ ਦੇ ਪ੍ਰਗਟ ਹੋਣ ਦੀ ਉਡੀਕ ਰੱਖੀਏ, ਜਿਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ। ਭਈ ਸਾਰੇ ਕੁਧਰਮ ਤੋਂ ਸਾਡਾ ਨਿਸਤਾਰਾ ਕਰੇ ਅਤੇ ਖਾਸ ਆਪਣੇ ਲਈ ਇੱਕ ਕੌਮ ਨੂੰ ਪਾਕ ਕਰੇ ਜੋ ਸ਼ੁਭ ਕਰਮਾਂ ਵਿੱਚ ਸਰਗਰਮ ਹੋਵੇ। ਇਹ ਕਹਿੰਦਾ ਹੈ ਕਿ ਪਰਮੇਸ਼ਰ ਇਹਨਾਂ ਸਾਰੀਆਂ ਸਿੱਖਿਆਵਾਂ ਅਤੇ ਆਦੇਸ਼ ਇਸ ਤਰ੍ਹਾਂ ਦੇ ਲੋਕਾਂ ਨੂੰ ਸ਼ੁੱਧ ਕਰਨ ਦੇ ਲਈ ਦਿੰਦੇ ਹਨ ਜੋ ਉਹਨਾਂ ਦੀ ਆਪਣੀ ਜਾਤੀ ਹੈ। ਸਾਰੇ ਲੋਕੋ, ਕਿ ਅਸੀਂ ਸਾਰੇ ਪਰਮੇਸ਼ਰ ਦੇ ਲੋਕ ਨਹੀਂ ਹਾਂ। ਅਸੀਂ ਪਰਮੇਸ਼ਰ ਦੀ ਸੰਤਾਨ ਹਾਂ ਅਤੇ ਪਰਮੇਸ਼ਰ ਦੇ ਲੋਕ ਵੀ ਹਾਂ। ਸਾਨੂੰ ਆਪਣੇ ਲੋਕ ਬਣਾਉਣ ਦੇ ਲਈ ਪਰਮੇਸ਼ਰ ਸਾਨੂੰ ਇਹ ਸਿੱਖਿਆ ਦਿੰਦੇ ਹਨ। ਤਦ ਸਾਨੂੰ ਦੁਨੀਆ ਦੇ ਉਹਨਾਂ ਲੋਕਾਂ ਤੋਂ ਅਲੱਗ ਹੋਣਾ ਚਾਹੀਦਾ ਹੈ ਜੋ ਇਸ ਸਿੱਖਿਆ ਦੇ ਅਨੁਸਾਰ ਨਹੀਂ ਜੀ ਰਹੇ ਹਨ। ਕੁਝ ਲੋਕ ਪੁੱਛ ਸਕਦੇ ਹਨ, ਫਿਰ ਜੇਕਰ ਅਸੀਂ ਨੈਤਿਕ ਰੂਪ ਨਾਲ ਇੱਕ ਸਹੀ ਜੀਵਨ ਜਿਉਂਦੇ ਹਾਂ ਤਾਂ ਕਿ ਪਰਮੇਸ਼ਵਰ ਤੇ ਵਿਸ਼ਵਾਸ ਨਾ ਕਰਨਾ ਠੀਕ ਹੈ? ਇਹ ਸਹੀ ਨਹੀਂ ਹੈ। ਪਰਮੇਸ਼ਵਰ ਸਾਨੂੰ ਜੋ ਸੱਚ ਵਿੱਚ ਹਨ ਸਿੱਖਿਆ ਦੇ ਰਹੇ ਹਨ ਕਿ ਪਰਮੇਸ਼ਵਰ ਦੇ ਲੋਕਾਂ ਦੇ ਰੂਪ ਵਿੱਚ ਸਾਨੂੰ ਆਪਣਾ ਜੀਵਨ ਕਿਵੇਂ ਜਿਉਣਾ ਚਾਹੀਦਾ ਹੈ। ਇਜ਼ਰਾਈਲੀਆਂ ਨੂੰ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਦੇ ਲਈ ਜੰਗਲ ਤੋਂ ਹੋ ਕੇ ਜਾਣਾ ਪੈਂਦਾ ਸੀ। ਉਹਨਾਂ ਨੇ ਜੰਗਲ ਵਿੱਚ 40 ਸਾਲ ਦਾ ਲੰਬਾ ਸਮਾਂ ਬਿਤਾਇਆ। ਉਸ ਸਮੇਂ ਦੇ ਦੌਰਾਨ ਪਰਮੇਸ਼ਵਰ ਨੇ ਉਹਨਾਂ ਨੂੰ ਆਪਣੇ ਹੁਕਮ ਦਿੱਤੇ, ਉਹਨਾਂ ਨੂੰ ਸਬਤ ਦਾ ਦਿਨ ਸਿਖਾਇਆ ਅਤੇ ਉਹਨਾਂ ਨੂੰ ਆਗਿਆਕਾਰੀ ਜੀਵਨ ਜਿਉਣ ਦਾ ਤਰੀਕਾ ਜਾਣਨ ਦਿੱਤਾ। ਪਰਮੇਸ਼ਵਰ ਨੇ ਇਸ ਤਰ੍ਹਾਂ ਇਸ ਲਈ ਕੀਤਾ ਕਿ ਜਦੋਂ ਇਜ਼ਰਾਈਲੀ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ ਤਦ ਉਹਨਾਂ ਦੇ ਨਾਲ ਸਭ ਕੁਝ ਚੰਗਾ ਹੋਵੇ। ਅੱਜ ਇਸ ਧਰਤੀ ਤੇ ਰਹਿੰਦੇ ਹੋਏ ਮੇਰੇ ਆਲੇ ਦੁਆਲੇ ਦੇ ਲੋਕ ਉਦਾਸੀਨ, ਬੁਰੇ ਅਤੇ ਮੇਰੇ ਪ੍ਰਤੀ ਕਠੋਰ ਹਨ ਅਤੇ ਉਹ ਸਵਾਰਥੀ ਢੰਗ ਨਾਲ ਆਪਣੇ ਲਈ ਚੰਗੀਆਂ ਚੀਜ਼ਾਂ ਲੈ ਲੈਂਦੇ ਹਨ ਕਿ ਮੈਨੂੰ ਵੀ ਉਹਨਾਂ ਦੇ ਵਾਂਗ ਵਰਤਾਵ ਕਰਨ ਦੀ ਜ਼ਰੂਰਤ ਨਹੀਂ ਹੈ। ਸੰਸਾਰ ਦੇ ਲੋਕ ਸੰਸਾਰ ਦੇ ਹਨ, ਪਰ ਕਿਉਂਕਿ ਅਸੀਂ ਸਵਰਗ ਦੇ ਹਾਂ ਤਾਂ ਸਾਨੂੰ ਪਰਮੇਸ਼ਵਰ ਦੀ ਸਿੱਖਿਆਵਾਂ ਦੇ ਅਨੁਸਾਰ ਜਿਉਣਾ ਚਾਹੀਦਾ ਹੈ। ਪਰਮੇਸ਼ਵਰ ਨੇ ਸਾਨੂੰ ਜਗਤ ਦਾ ਨਮਕ ਅਤੇ ਚਾਨਣ ਬਣਨ ਨੂੰ ਕਿਹਾ ਹੈ। ਚਾਨਣ ਨੂੰ ਹਨੇਰੇ ਨੂੰ ਭਜਾਉਣ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਨਮਕ ਨੂੰ ਸਰਪ੍ਰਸਤ ਦੇ ਰੂਪ ਵਿੱਚ ਖਰਾਬ ਹੋਣ ਤੋਂ ਰੋਕਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪਰਮੇਸ਼ਵਰ ਸਿਓਨ ਦੀਆਂ ਸੰਤਾਨਾਂ ਦੇ ਦੁਆਰਾ ਇਸ ਭ੍ਰਿਸ਼ਟ ਸੰਸਾਰ ਨੂੰ ਸ਼ੁੱਧ ਕਰਨਾ ਚਾਹੁੰਦੇ ਹਨ। ਇਸ ਲਈ ਈਸਾਈਆਂ ਦਾ ਜੀਵਨ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਕਿਰਪਾ ਇਸ ਨੂੰ ਧਿਆਨ ਵਿੱਚ ਰੱਖੋ। ਕਿਰਪਾ ਅਫਸੀਆਂ ਅਧਿਆਇ 4 ਵਿੱਚ
ਈਸਾਈਆਂ ਦੇ ਰੂਪ ਵਿੱਚ ਸਾਡੇ ਜੀਵਨ ਦੇ ਬਾਰੇ ਵਚਨਾਂ ਨੂੰ ਪੜ੍ਹੋ। ਅਸੀਂ ਕਈ ਵਾਰ ਪਰਮੇਸ਼ਵਰ ਦੇ ਹੁਕਮਾਂ ਅਤੇ ਵਿਵਸਥਾਵਾਂ ਨੂੰ ਸਿੱਖਿਆ ਹੈ। ਪਰਮੇਸ਼ਵਰ ਨੇ ਸਾਨੂੰ ਸਾਡੀ ਮੁਕਤੀ ਦੇ ਲਈ ਕਈ ਸਿੱਖਿਆਵਾਂ ਦਿੱਤੀਆਂ ਹਨ, ਪਰ ਭਾਵੇਂ ਹੀ ਇਹ ਸਿੱਖਿਆਵਾਂ ਬਾਈਬਲ ਵਿੱਚ ਹਨ, ਕੁਝ ਲੋਕ ਕਹਿੰਦੇ ਹਨ ਬਾਈਬਲ ਸਾਡੇ ਲਈ ਮਨੁੱਖੀ ਮਾਮਲਿਆਂ ਦੇ ਲਈ ਜਿਉਣ ਦਾ ਸਿਰਫ ਇੱਕ ਸਾਧਨ ਹੈ ਕਿ ਇਸ ਦਾ ਸਾਡੀ ਮੁਕਤੀ ਨਾਲ ਕੋਈ ਲੈਣਾ ਦੇਣਾ ਹੈ। ਇਹ ਬਕਵਾਸ ਹੈ। ਬਾਈਬਲ ਦੀਆਂ 6 ਕਿਤਾਬਾਂ ਵਿੱਚ ਲਿਖੀ ਹਰ ਇੱਕ ਗੱਲ ਸਾਡੀ ਮੁਕਤੀ ਨਾਲ ਜੁੜੀ ਹੈ। ਇਸ ਪੁਸਤਕ ਦੀ ਭਵਿੱਖਬਾਣੀਆਂ ਦੀਆਂ ਗੱਲਾਂ ਵਿੱਚ ਬਾਈਬਲ ਦੀਆਂ ਸਾਰੀਆਂ 6 ਕਿਤਾਬਾਂ ਸ਼ਾਮਿਲ ਹਨ, ਹੈ ਨਾ? ਜੇਕਰ ਕੋਈ ਇਸ ਪੁਸਤਕ ਵਿੱਚ ਕੁਝ ਵੀ ਜੋੜਦਾ ਹੈ ਤਾਂ ਕੀ ਹੁੰਦਾ ਹੈ? ਸਾਨੂੰ ਆਪਣੇ ਖੁਦ ਦੇ ਵਿਚਾਰਾਂ ਨੂੰ ਕਦੀ ਨਹੀਂ ਜੋੜਨਾ ਚਾਹੀਦਾ। ਇਹ ਵਿਚਾਰ ਕਰਦੇ ਹੋਏ ਕਿ ਮਨੁੱਖ ਜਾਤੀ ਦੀ ਮੁਕਤੀ ਦੇ ਲਈ ਪਰਮੇਸ਼ਵਰ ਨੇ ਕਿਸ ਤਰ੍ਹਾਂ ਦੀ ਯੋਜਨਾ ਬਣਾਈ ਅਤੇ ਉਹਨਾਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ, ਆਓ ਅਸੀਂ ਉਹਨਾਂ ਦੀ ਸਿੱਖਿਆਵਾਂ ਨੂੰ ਮੰਨਣ ਦੀ ਆਪਣੀ ਪੂਰੀ ਕੋਸ਼ਿਸ਼ ਕਰੀਏ ਅਤੇ ਉਹਨਾਂ ਤੇ ਅਮਲ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਆਓ ਅਸੀਂ ਅਫਸੀਆਂ ਅਧਿਆਇ 4 ਤੇ ਜਾਈਏ। ਅਧਿਆਇ 4 ਵਚਨ 17। ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੂ ਵਿੱਚ ਗਵਾਹ ਹੋ ਕੇ ਤਾਕੀਦ ਕਰਦਾ ਹਾਂ, ਜੋ ਤੁਸੀਂ ਅਗਾਹਾਂ ਨੂੰ ਅਜਿਹੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੇ ਵਿਅਰਥਪੁਣੇ ਨਾਲ ਚੱਲਦੀਆਂ ਹਨ। ਇਸ ਦਾ ਮਤਲਬ ਹੈ ਕਿ ਸਾਨੂੰ ਪਰਾਈਆਂ ਕੌਮਾਂ ਦੇ ਵਾਂਗ ਨਹੀਂ ਜਿਉਣਾ ਚਾਹੀਦਾ, ਹੈ ਨਾ? ਵਚਨ 18। ਉਹਨਾਂ ਦੀ ਬੁੱਧ ਹਨੇਰੀ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਹਨਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ਵਰ ਦੇ ਜੀਵਨ ਤੋਂ ਅੱਡ ਹੋਏ ਹਨ। ਇਸ ਦਾ ਅਰਥ ਹੈ ਇਹ ਲੋਕ ਹਨ ਜੋ ਪਰਮੇਸ਼ਵਰ ਦੇ ਜੀਵਨ ਦੇ ਸੱਚ ਵਿੱਚ ਆਉਣ ਵਿੱਚ ਕਾਬਿਲ ਨਾ ਹੋਣ ਕਰਕੇ ਸੰਸਾਰਿਕ ਜੀਵਨ ਵਿੱਚ ਭਟਕ ਰਹੇ ਹਨ। ਉਹਨਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁਚਪੁਣੇ ਦੇ ਹੱਥ ਸੌਂਪ ਦਿੱਤਾ। ਭਾਈ ਹਰ ਭਾਂਤ ਦੇ ਗੰਦੇ ਮੰਦੇ ਕੰਮ ਕਿਸ ਨਾਲ ਕਰਿਆ ਕਰਨ? ਚੋਪ ਨਾਲ ਕਰਨ। ਚੋਪ ਸਵਾਰਥ ਹੈ, ਚੋਪ ਨਾਲ ਕਰਿਆ ਕਰੋ। ਵਚਨ 20। ਪਰ ਤੁਸਾਂ ਮਸੀਹ ਦੀ ਅਜਿਹੀ ਸਿੱਖਿਆ ਨਾ ਪਾਈ। ਸਾਡੇ ਦੁਆਰਾ ਪ੍ਰਾਪਤ ਸਿੱਖਿਆਵਾਂ ਅਤੇ ਦੁਨੀਆ ਦੇ ਲੋਕਾਂ ਦੇ ਦੁਆਰਾ ਪ੍ਰਾਪਤ ਸਿੱਖਿਆਵਾਂ ਦੇ ਵਿੱਚ ਕੀ ਫਰਕ ਹੈ? ਜੋ ਸਾਨੂੰ ਸਿੱਖਿਆ ਦਿੰਦੇ ਹਨ ਉਹ ਪਰਮੇਸ਼ਵਰ ਹਨ। ਤਾਂ ਫਿਰ ਕੀ ਸਾਡੇ ਕੋਲ ਉਹਨਾਂ ਦਾ ਸਰੂਪ ਨਹੀਂ ਹੋਣਾ ਚਾਹੀਦਾ ਜੋ ਪਰਮੇਸ਼ਵਰ ਦੇ ਦੁਆਰਾ ਸਿਖਾਏ ਗਏ ਹਨ? ਪਰ ਤੁਸਾਂ ਮਸੀਹ ਦੀ ਅਜਿਹੀ ਸਿੱਖਿਆ ਨਾ ਪਾਈ। ਵਚਨ 21। ਜੇ ਤੁਸਾਂ ਕਿਤੇ ਉਹਦੀ ਸੁਣੀ ਅਤੇ ਜਿਵੇਂ ਸੱਚਾਈ ਯੀਸ਼ੂ ਵਿੱਚ ਹੈ ਤਿਵੇਂ ਉਸ ਵਿੱਚ ਤੁਸੀਂ ਸਿਖਾਏ ਗਏ ਹੋ। ਭਾਈ ਤੁਸੀਂ ਅਗਲੇ ਚੱਲਣ ਦੀ ਉਸਦੀ ਪੁਰਾਣੀ ਇਨਸਾਨੀਅਤ ਨੂੰ ਲਾ ਸੁੱਟੋ ਜੋ ਧੋਖਾ ਦੇਣ ਵਾਲਿਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ ਹੈ। ਸਾਨੂੰ ਆਪਣੇ ਜੀਵਨ ਦੇ ਪੁਰਾਣੇ ਤਰੀਕੇ, ਆਪਣੇ ਪੁਰਾਣੇ ਸੁਭਾਅ, ਆਪਣੇ ਪੁਰਾਣੇ ਚਾਲ ਚਲਨ, ਆਪਣੇ ਸੰਸਾਰਿਕ ਵਿਚਾਰਾਂ ਨੂੰ ਸੁੱਟ ਦੇਣਾ ਚਾਹੀਦਾ ਹੈ। ਵਚਨ 23। ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ਵਰ ਦੇ ਅਨੁਸਾਰ ਸੱਚਾਈ ਦੇ ਧਰਮ ਅਤੇ ਪਵਿੱਤਰਤਾ ਵਿੱਚ ਉਤਪਤ ਹੋਈ। ਸਿਰਫ ਤਦ ਅਸੀਂ ਸਾਰੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਆਓ ਅਸੀਂ ਵਚਨ 25 ਦੇ ਨਾਲ ਜਾਰੀ ਰਹੀਏ। ਇਸ ਲਈ ਤੁਸੀਂ ਕੀ ਤਿਆਗ ਕੇ, ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ, ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ। ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ। ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ। ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ, ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ। ਭਈ ਜਿਹਨੂੰ ਲੋੜ ਹੈ ਉਹਨੂੰ ਵੰਡ ਦੇਣ ਲਈ ਕੁਝ ਉਹਦੇ ਕੋਲ ਹੋਵੇ। ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ, ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ। ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ। ਸਭ ਕੁੜਤਨ, ਕ੍ਰੋਧ, ਰੋਲਾ ਅਤੇ ਦੁਰਬਚਨ ਸਾਰੀ ਬੁਰੀਆਈ ਸਣੇ ਤੁਹਾਤੋਂ ਦੂਰ ਹੋਵੇ। ਅਸੀਂ ਕੀ ਕਰਨਾ ਹੈ? ਇਹਨਾਂ ਸਭ ਤੋਂ ਛੁਟਕਾਰਾ ਪਾਉਣਾ ਹੈ। ਵਚਨ 32। ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਨਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ ਕਰੋ ਜਿਵੇਂ ਪਰਮੇਸ਼ਵਰ ਨੇ ਵੀ ਮਸੀਹ ਯੀਸ਼ੂ ਵਿੱਚ ਤੁਹਾਨੂੰ ਮਾਫ ਕੀਤਾ। ਸਾਰੇ ਲੋਕੋ, ਅਸੀਂ ਸਾਰੇ ਸਵਰਗ ਦੇ ਨਾਗਰਿਕਾਂ ਨੂੰ ਇਸ ਤਰ੍ਹਾਂ ਹੀ ਜਿਉਣਾ ਚਾਹੀਦਾ ਹੈ। ਜੇਕਰ ਅਸੀਂ ਇੱਕ ਦੂਸਰੇ ਨਾਲ ਝਗੜਾ ਕਰਦੇ ਹਾਂ, ਕ੍ਰੋਧ ਕਰਦੇ ਹਾਂ ਤੇ ਨਫ਼ਰਤ ਕਰਦੇ ਹਾਂ ਤਾਂ ਇਹਨਾਂ ਗੱਲਾਂ ਨਾਲ ਭਰਿਆ ਹੋਇਆ ਦਿਲ ਪਰਮੇਸ਼ਵਰ ਦੀ ਕਿਸੇ ਵੀ ਮਰਜ਼ੀ ਨੂੰ ਸਵੀਕਾਰ ਨਹੀਂ ਕਰ ਸਕਦਾ। ਭਾਵੇਂ ਹੀ ਉਹ ਬਾਈਬਲ ਪੜ੍ਹਦੇ ਹਨ, ਪਰ ਪਰਮੇਸ਼ਵਰ ਦੀ ਮਰਜ਼ੀ
ਉਹਨਾਂ ਦੇ ਦਿਲਾਂ ਤੱਕ ਨਹੀਂ ਪਹੁੰਚ ਸਕਦੀ, ਉਹ ਪ੍ਰਭਾਵਿਤ ਨਹੀਂ ਹੋ ਸਕਦੇ। ਇੱਕ ਵਾਰ ਫਿਰ ਆਓ ਅਸੀਂ ਖੁਦ ਬਾਰੇ ਸੋਚੀਏ। ਇਸ ਦਾ ਇੱਕ ਸਪਸ਼ਟ ਕਾਰਨ ਹੈ ਕਿ ਸਾਨੂੰ ਇਸ ਤਰ੍ਹਾਂ ਜਿਉਣਾ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਕਿਉਂਕਿ ਹੋਰ ਲੋਕ ਉਸ ਤਰ੍ਹਾਂ ਜਿਉਂਦੇ ਹਨ ਤਾਂ ਮੈਨੂੰ ਵੀ ਉਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ, ਕਿਉਂਕਿ ਸਾਡੇ ਕੋਲ ਈਸ਼ਵਰੀ ਤਰੀਕੇ ਨਾਲ ਜਿਉਣ ਦਾ ਇੱਕ ਪੱਕਾ ਕਾਰਨ ਹੈ। ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਨਾਲ ਦੁਨੀਆ ਦੀ ਵਰਤਮਾਨ ਹਾਲਾਤ ਤੋਂ ਨਾ ਵਗ ਜਾਣ ਦੇ ਲਈ ਪਰ ਹਮੇਸ਼ਾ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਫੜੀ ਰੱਖਣ ਦੇ ਲਈ ਕਹਿੰਦਾ ਹਾਂ। ਪਰਮੇਸ਼ਵਰ ਨੇ ਪਰਿਵਾਰ ਨਾਲ ਸੰਬੰਧਿਤ ਬਹੁਤ ਸਾਰੀਆਂ ਕੀਮਤੀ ਸਿੱਖਿਆਵਾਂ ਦਿੱਤੀਆਂ ਹਨ। ਹਾਲਾਂਕਿ ਸਮੇਂ-ਸਮੇਂ ਤੇ ਮੈਂ ਕੁਝ ਮਾਮਲੇ ਦੇਖਦਾ ਜਿੱਥੇ ਲੋਕ ਆਪਣੇ ਨਿੱਜੀ ਵਿਵਹਾਰਾਂ ਨਾਲ ਜਾਂ ਭਾਵਨਾਵਾਂ ਨਾਲ ਇਸ ਪ੍ਰਕਾਰ ਦੀਆਂ ਸਿੱਖਿਆਵਾਂ ਨੂੰ ਆਸਾਨੀ ਨਾਲ ਅਣਡਿੱਠਾ ਕਰ ਦਿੰਦੇ ਹਨ। ਅਫਸੀਆਂ ਅਧਿਆਇ 5 ਵਚਨ 22 ਵਿੱਚ ਇਹ ਲਿਖਿਆ ਹੈ, ਹੇ ਪਤਨੀਓ, ਤੁਸੀਂ ਆਪਣੀਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ। ਇਹ ਮੇਰਾ ਆਪਣਾ ਵਿਚਾਰ ਜਾਂ ਸਲਾਹ ਨਹੀਂ ਹੈ, ਇਹ ਪਰਮੇਸ਼ਵਰ ਦਾ ਵਚਨ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਪਰਮੇਸ਼ਵਰ ਨੇ ਜੋ ਆਦਿ ਤੋਂ ਅੰਤ ਦੇਖਦੇ ਹਨ, ਕਿਸ ਕਰਕੇ ਇਹਨਾਂ ਸ਼ਬਦਾਂ ਨੂੰ ਕਿਹਾ? ਜਦੋਂ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਅਤੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਤਦ ਵੀ ਉਹਨਾਂ ਨੇ ਆਪਣੀ ਮਰਜ਼ੀ ਦੇ ਬਿਨਾਂ ਕੁਝ ਵੀ ਨਹੀਂ ਬਣਾਇਆ। ਪਰਮੇਸ਼ਵਰ ਦੀ ਸਿੱਖਿਆ ਨੂੰ ਦੇਣ ਵਿੱਚ ਇੱਕ ਕਾਰਨ ਹੋਣਾ ਚਾਹੀਦਾ ਹੈ। ਇਹ ਪੱਕਾ ਹੀ ਬਹੁਤ ਜ਼ਰੂਰੀ ਸਿੱਖਿਆ ਹੈ। ਆਓ ਅਸੀਂ ਵਚਨ 22 ਦੇ ਨਾਲ ਜਾਰੀ ਰਹੀਏ। ਹੇ ਪਤਨੀਓ, ਤੁਸੀਂ ਆਪਣੀਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ, ਕਿਉਂ ਜੋ ਪਤੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਵੀ ਕਲੀਸਿਆ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ, ਪਰ ਤਾਂ ਵੀ ਜਿਸ ਪ੍ਰਕਾਰ ਕਲੀਸਿਆ ਮਸੀਹ ਦੇ ਅਧੀਨ ਹੈ, ਇਸੇ ਪ੍ਰਕਾਰ ਪਤਨੀਆਂ ਵੀ ਹਰ ਗੱਲ ਵਿੱਚ ਆਪਣੀਆਂ ਪਤੀਆਂ ਦੇ ਅਧੀਨ ਹੋਣ। ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਆ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ। ਇਹ ਕਹਿੰਦਾ ਹੈ ਕਿ ਪਤੀਆਂ ਨੂੰ ਆਪਣੀ ਪਤਨੀਆਂ ਨਾਲ ਪਿਆਰ ਕਰਨਾ ਹੈ ਜਿਵੇਂ ਮਸੀਹ ਨੇ ਵੀ ਕਲੀਸਿਆ ਨਾਲ ਪਿਆਰ ਕਰਕੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ। ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਭਾਵੇਂ ਹੀ ਇਹ ਸਾਰੀਆਂ ਸਿੱਖਿਆਵਾਂ ਬਾਈਬਲ ਵਿੱਚ ਪਾਈਆਂ ਜਾਂਦੀਆਂ ਹਨ, ਪਰ ਕਿਉਂਕਿ ਅਸੀਂ ਅਕਸਰ ਉਹਨਾਂ ਦਾ ਅਧਿਐਨ ਨਹੀਂ ਕਰਦੇ ਜਾਂ ਉਹਨਾਂ ਨੂੰ ਆਪਣੇ ਦਿਲਾਂ ਤੇ ਲਿਖਦੇ ਨਹੀਂ, ਤਦ ਅਸੀਂ ਸੰਸਾਰ ਦੇ ਲੋਕਾਂ ਦੇ ਮਾਨਕ ਦਾ ਪਾਲਨ ਕਰਦੇ ਹਾਂ। ਭਾਵੇਂ ਉਹ ਸਾਡੇ ਪਰਿਵਾਰ ਦੇ ਜੀਵਨ ਦੇ ਬਾਰੇ ਵਿੱਚ ਹੋਵੇ ਜਾਂ ਸਮਾਜ ਵਿੱਚ ਸਾਡੇ ਜੀਵਨ ਦੇ ਬਾਰੇ ਹੋਵੇ, ਕਿ ਸਾਨੂੰ ਹਮੇਸ਼ਾ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਅਨੁਸਾਰ ਹਰ ਚੀਜ਼ ਦਾ ਪਾਲਨ ਨਹੀਂ ਕਰਨਾ ਚਾਹੀਦਾ। ਬਾਈਬਲ ਕਹਿੰਦੀ ਹੈ ਕਿ ਪਤਨੀਆਂ ਨੂੰ ਹਰ ਚੀਜ਼ ਵਿੱਚ ਆਪਣੇ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ ਅਤੇ ਇਹ ਕਿ ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਉਸ ਪ੍ਰਕਾਰ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਮਸੀਹ ਨੇ ਵੀ ਕਲੀਸਿਆ ਨਾਲ ਪਿਆਰ ਕਰਕੇ ਆਪਣੇ ਆਪ ਨੂੰ ਸਲੀਬ ਤੇ ਵੀ ਚੜਾਇਆ। ਆਓ ਅਸੀਂ ਵਚਨ 26 ਦੇਖੀਏ। ਭਈ ਉਸ ਨੂੰ ਜਲ ਦੇ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜਿਹੀ ਪ੍ਰਤਾਪਨ ਕਲੀਸਿਆ ਤਿਆਰ ਕਰੇ ਜਿਹਦੇ ਵਿੱਚ ਕਲੰਕ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ, ਸਗੋਂ ਪਵਿੱਤਰ ਅਤੇ ਨਿਰਮਲ ਹੋਵੇ। ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਪ੍ਰੇਮ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸ਼ਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਨਾਲ ਹੀ ਪ੍ਰੇਮ ਕਰਦਾ ਹੈ, ਕਿਉਂ ਜੋ ਕਿਸੇ ਨੇ ਆਪਣੇ ਸ਼ਰੀਰ ਨਾਲ ਕਦੇ ਵੈਰ ਨਹੀਂ ਕੀਤਾ, ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਦੀ ਕਲੀਸਿਆ ਨੂੰ। ਕਿਉਂ ਜੋ ਅਸੀਂ ਕੀ ਹਾਂ, ਅਸੀਂ ਉਹਦੀ ਦੇਹੀ ਦੇ ਅੰਗ ਹਾਂ। ਇਸ ਕਰਕੇ ਮਨੁੱਖ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸ਼ਰੀਰ ਹੋਣਗੇ। ਇਹ ਭੇਦ ਤਾਂ ਵੱਡਾ ਹੈ, ਪਰ ਮੈਂ ਮਸੀਹ ਅਤੇ ਕਲੀਸਿਆ ਦੇ ਵਿਖੇ ਬੋਲਦਾ ਹਾਂ। ਪਰ ਤੁਸਾਂ ਵਿੱਚੋਂ ਵੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ, ਔਰ ਪਤਨੀ ਕੀ ਕਰੇ? ਆਪਣੇ ਪਤੀ ਦਾ ਮਾਣ ਕਰੇ। ਪਤੀਆਂ ਨੇ ਆਪਣੀ ਜਵਾਨੀ ਵਿੱਚ ਆਪਣੇ ਪਰਿਵਾਰਾਂ ਨੂੰ ਸ਼ਕਤੀ ਦੇਣ ਲਈ ਬਹੁਤ ਕੋਸ਼ਿਸ਼ ਕੀਤੀ। ਸਾਨੂੰ ਹੁਣ ਉਹਨਾਂ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਕਿ ਉਹ ਰਿਟਾਇਰ ਹੋ ਗਏ ਹਨ। ਜੇਕਰ ਉਹ ਹੁਣ ਰਿਟਾਇਰ ਹੋ ਗਏ ਹਨ ਤਾਂ ਸਾਨੂੰ ਉਹਨਾਂ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ? ਤੁਹਾਨੂੰ ਕਹਿਣਾ ਚਾਹੀਦਾ ਹੈ, ਤੁਸੀਂ ਸਾਡਾ ਘਰ ਚਲਾਉਣ ਦੇ ਲਈ ਬਹੁਤ ਜ਼ਿਆਦਾ ਬਲੀਦਾਨ ਕੀਤਾ ਹੈ। ਹੁਣ ਤੋਂ ਆਓ ਅਸੀਂ ਆਪਣੇ ਬਚੇ ਹੋਏ ਜੀਵਨ ਵਿੱਚ ਪਰਮੇਸ਼ਵਰ ਤੇ ਵਿਸ਼ਵਾਸ ਕਰਕੇ ਆਰਾਮ ਨਾਲ ਜੀਵਨ ਬਿਤਾਈਏ। ਕੱਲ ਤੱਕ ਜਦੋਂ ਉਹ ਆਪਣੀ ਮਜ਼ਦੂਰੀ ਦੇ ਨਾਲ ਘਰ ਆਉਂਦੇ ਸੀ ਤਦ ਤੁਸੀਂ ਇਹ ਕਹਿ ਕੇ ਉਹਨਾਂ ਦਾ ਸਵਾਗਤ ਕਰਦੇ ਸੀ, ਵਾਹ, ਤੁਹਾਡੀ ਕੋਸ਼ਿਸ਼ ਦੇ ਲਈ ਬਹੁਤ-ਬਹੁਤ ਧੰਨਵਾਦ। ਪਰ ਕਿਉਂਕਿ ਉਹ ਕਾਫੀ ਬੁੱਢੇ ਅਤੇ ਰਿਟਾਇਰ ਹਨ, ਤਦ ਹੁਣ ਉਹਨਾਂ ਦੇ ਨਾਲ ਬੁਰਾ ਵਰਤਾਵ ਨਾ ਕਰੋ। ਇੱਥੇ ਕੋਈ ਵੀ ਪਤੀ ਜਾਂ ਪਤਨੀ ਨਹੀਂ ਹੈ ਜੋ ਰਿਟਾਇਰਮੈਂਟ ਤੋਂ ਪਹਿਲਾਂ ਅਤੇ ਬਾਅਦ ਵਿੱਚ ਵਰਤਾਵ ਅਲੱਗ ਕਰੇ। ਇੱਕ ਵਾਰ ਫਿਰ ਤੋਂ ਇਸ ਤੇ ਚਿੰਤਾ ਕਰਦੇ ਹੋਏ ਕਿ ਪਰਮੇਸ਼ਵਰ ਨੇ ਬਾਈਬਲ ਵਿੱਚ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਕਿਉਂ ਦਿੱਤੀਆਂ ਹਨ, ਆਓ ਅਸੀਂ ਸੰਸਾਰ ਦੇ ਲੋਕਾਂ ਦੇ ਵਾਂਗ ਨਾ ਜਿਉਂਦੇ ਹੋਏ ਬਲਕਿ ਪਰਮੇਸ਼ਵਰ ਦੇ ਵਚਨਾਂ ਵਿੱਚ ਸਾਡੇ ਜੀਵਨ ਦਾ ਮਾਨਕ ਰੱਖੀਏ।
ਜੇਕਰ ਤੁਸੀਂ ਅਧਿਆਇ 6 ਤੇ ਜਾਓ ਤਾਂ ਅਸੀਂ ਮਾਤਾ ਪਿਤਾ ਅਤੇ ਬੱਚਿਆਂ ਦੇ ਬਾਰੇ ਵੀ ਪਰਮੇਸ਼ਵਰ ਦੀ ਸਿੱਖਿਆਵਾਂ ਨੂੰ ਦੇਖ ਸਕਦੇ ਹਾਂ। ਅਫਸੀਆਂ ਅਧਿਆਇ 6 ਵਚਨ 1। ਹੇ ਬਾਲਕੋ, ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਹੋ, ਕਿਉਂ ਜੋ ਇਹ ਧਰਮ ਦੀ ਗੱਲ ਹੈ। ਪ੍ਰਭੂ ਵਿੱਚ ਆਗਿਆਕਾਰੀ ਬਣਨ ਦਾ ਅਰਥ ਹੈ ਵਿਸ਼ਵਾਸ ਵਿੱਚ ਆਗਿਆਕਾਰੀ ਹੋ ਕੇ ਜੀਵਨ ਜਿਉਣਾ। ਵਚਨ 2, ਤੂੰ ਆਪਣੇ ਮਾਂ ਪਿਓ ਦਾ ਆਦਰ ਕਰ। ਇਹ ਵਾਅਦੇ ਨਾਲ ਪਹਿਲਾ ਹੁਕਮ ਹੈ, ਭਾਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਬੀ ਹੋਵੇ। ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ, ਸਗੋਂ ਪ੍ਰਭੂ ਦੀ ਸਿੱਖਿਆ ਅਰ ਮੱਤ ਦੇ ਕੇ ਉਹਨਾਂ ਦੀ ਪਾਲਣਾ ਕਰੋ। ਹੇ ਨੌਕਰੋ, ਤੁਸੀਂ ਉਹਨਾਂ ਦੀ ਜਿਹੜੇ ਸਰੀਰ ਦੇ ਸਰਬੰਧ ਕਰਕੇ ਤੁਹਾਡੇ ਮਾਲਕ ਹਨ, ਆਪਣੇ ਮਨ ਦੀ ਸਫਾਈ ਨਾਲ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਕਰੋ, ਜਿਵੇਂ ਮਸੀਹ ਦੀ। ਅਤੇ ਮਨੁੱਖਾਂ ਦੇ ਰਿਝਾਉਣ ਵਾਲਿਆਂ ਵਾਂਗੂ ਵਿਖਾਵੇ ਦੀ ਨੌਕਰੀ ਨਾ, ਸਗੋਂ ਸਰੀਰ ਮਸੀਹ ਦੀਆਂ ਦਾਸਾਂ ਵਾਂਗੂ ਜੀ ਲਾ ਕੇ ਪਰਮੇਸ਼ਵਰ ਦੀ ਇੱਛਾ ਪੂਰੀ ਕਰੋ ਅਤੇ ਮਨ ਲਾ ਕੇ ਟਹਿਲ ਕਰੋ, ਜਿਵੇਂ ਪ੍ਰਭੂ ਦੀ ਅਤੇ ਨਾ ਮਨੁੱਖਾਂ ਦੀ। ਪਰਮੇਸ਼ਵਰ ਨੇ ਸਾਨੂੰ ਇਹ ਸਿੱਖਿਆਵਾਂ ਦਿੱਤੀਆਂ ਹਨ, ਪਰ ਅਸੀਂ ਉਹਨਾਂ ਦੀ ਅਣਗਹਿਲੀ ਕਰਦੇ ਹਾਂ। ਇੱਥੋਂ ਤੱਕ ਕਿ ਦੁਨੀਆ ਵਿੱਚ ਜੇਕਰ ਤੁਸੀਂ ਸਿਰਫ ਅੱਧਾ ਅਧੂਰਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਛੱਡ ਦਿੱਤਾ ਜਾਵੇਗਾ। ਸਾਰੇ ਲੋਕੋ, ਭਾਵੇਂ ਅਸੀਂ ਕਿਸੇ ਵੀ ਪ੍ਰਕਾਰ ਦੇ ਸਮਾਜ ਵਿੱਚ ਕਿਉਂ ਨਾ ਹੋਈਏ, ਕਿ ਸਾਨੂੰ ਹਮੇਸ਼ਾ ਪਰਮੇਸ਼ਵਰ ਦੀ ਸੰਤਾਨ ਦੇ ਰੂਪ ਵਿੱਚ ਗੁਣਾਂ ਨੂੰ ਧਾਰਨ ਨਹੀਂ ਕਰਨਾ ਚਾਹੀਦਾ। ਨਮਕ ਨੂੰ ਆਪਣਾ ਸਵਾਦ ਕਦੀ ਗਵਾਉਣਾ ਨਹੀਂ ਚਾਹੀਦਾ। ਕੀ ਤੁਹਾਨੂੰ ਨਹੀਂ ਲੱਗਦਾ ਕਿ ਨਮਕ ਸੜਨ ਤੋਂ ਬਚਣ ਦੀ ਭੂਮਿਕਾ ਤਦ ਨਿਭਾ ਸਕਦਾ ਹੈ ਜਦੋਂ ਉਸ ਦਾ ਸਵਾਦ ਹੋਵੇ? ਇਸ ਲਈ ਪਰਮੇਸ਼ਵਰ ਨੇ ਸਾਨੂੰ ਦੁਨੀਆ ਦਾ ਨਮਕ ਅਤੇ ਚਾਨਣ ਬਣਨ ਦੇ ਲਈ ਕਿਹਾ, ਭਾਵੇਂ ਉਹ ਆਤਮਿਕ ਦੁਨੀਆ ਦੇ ਲਈ ਹੋਵੇ ਜਾਂ ਸੰਸਾਰਿਕ ਦੁਨੀਆ ਦੇ ਲਈ। ਮੈਨੂੰ ਆਸ ਹੈ ਕਿ ਅਸੀਂ ਸਾਰੇ ਪਰਮੇਸ਼ਵਰ ਦੀ ਸੰਤਾਨ ਹੋਵਾਂਗੇ ਜੋ ਦੁਨੀਆ ਦੇ ਨਮਕ ਅਤੇ ਚਾਨਣ ਦੀ ਭੂਮਿਕਾ ਨਿਭਾ ਸਕਦੇ। ਆਓ ਅਸੀਂ ਵਚਨ ਸਾਧੇ ਨਾਲ ਜਾਰੀ ਰਹੀਏ ਅਤੇ ਮਨ ਲਾ ਕੇ ਟਹਿਲ ਕਰੋ, ਜਿਵੇਂ ਪ੍ਰਭੂ ਦੀ ਅਤੇ ਨਾ ਮਨੁੱਖਾਂ ਦੀ। ਕਿਉਂ ਜੋ ਤੁਸੀਂ ਜਾਣਦੇ ਹੋ, ਭਾਈ ਹਰ ਕੋਈ ਜੋ ਕੁਝ ਭਲਾ ਕੰਮ ਕਰੇ, ਭਾਵੇਂ ਦਾਸ ਹੋਵੇ ਭਾਵੇਂ ਆਜ਼ਾਦ, ਸੋ ਪ੍ਰਭੂ ਕੋਲੋਂ ਉਹਦਾ ਫਲ ਪਾਵੇਗਾ। ਅਤੇ ਹੇ ਮਾਲਕੋ, ਤੁਸੀਂ ਧਮਕੀਆਂ ਛੱਡ ਕੇ ਉਹਨਾਂ ਨਾਲ ਉਹੋ ਜਿਹਾ ਵਰਤਾਵਾ ਕਰੋ, ਕਿਉਂ ਜੋ ਤੁਸੀਂ ਜਾਣਦੇ ਹੋ ਜੋ ਸੁਰਗ ਵਿੱਚ ਉਹਨਾਂ ਦਾ ਅਤੇ ਤੁਹਾਡਾ ਦੋਹਾਂ ਦਾ ਮਾਲਕ ਹੈ, ਅਤੇ ਉਹਦੀ ਦਰਗਾਹੇ ਕਿਸੇ ਦਾ ਪੱਖਪਾਤ ਨਹੀਂ ਹੁੰਦਾ। ਇੱਥੇ ਗੁਲਾਮ ਸ਼ਬਦ ਲਾਗੂ ਕਰਨ ਦੀ ਬਜਾਏ ਅਸੀਂ ਇਸ ਨੂੰ ਉੱਚੇ ਅਹੁਦੇ ਅਤੇ ਨਿਚਲੇ ਅਹੁਦੇ ਵਾਲੇ ਲੋਕਾਂ ਦੇ ਵਿੱਚ ਦੇ ਰਿਸ਼ਤੇ ਦੇ ਰੂਪ ਵਿੱਚ ਸਮਝ ਸਕਦੇ ਹਾਂ। ਭਾਵੇਂ ਹੀ ਜੇਕਰ ਤੁਸੀਂ ਉਸ ਰਿਸ਼ਤੇ ਵਿੱਚ ਹੋ ਤਾਂ ਬਸ ਦਿਖਾਉਣ ਦੇ ਲਈ ਸੇਵਾ ਨਾ ਕਰੋ, ਪਰ ਇਸ ਤਰ੍ਹਾਂ ਦੇ ਕੰਮ ਕਰੋ ਜਿਵੇਂ ਤੁਸੀਂ ਅਸਲ ਵਿੱਚ ਪਰਮੇਸ਼ਵਰ ਦੁਆਰਾ ਸੌਂਪਿਆ ਗਿਆ ਕੰਮ ਕਰ ਰਹੇ ਹੋ। ਸਾਡੇ ਪਰਮੇਸ਼ਵਰ ਸਾਨੂੰ ਸਿਖਾਉਂਦੇ ਹਨ ਕਿ ਭਾਵੇਂ ਅਸੀਂ ਸੰਸਾਰ ਵਿੱਚ ਕਿਸੇ ਵੀ ਪ੍ਰਕਾਰ ਦੇ ਸਵਾਮੀ ਦੇ ਨਾਲ ਕੰਮ ਕਰ ਰਹੇ ਹੋਈਏ, ਸਾਨੂੰ ਪੂਰੇ ਮਨ ਨਾਲ ਕੰਮ ਕਰਨਾ ਚਾਹੀਦਾ ਹੈ। ਕੁਝ ਲੋਕ ਅਚਰਜ ਕਰਦੇ ਹਨ ਕਿ ਇਹ ਅਸਲ ਵਿੱਚ ਮੇਰੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਨੂੰ ਪ੍ਰਭਾਵਿਤ ਕਰਦਾ ਹੈ, ਕਿ ਮੈਨੂੰ ਸੱਚੀ ਕਰਨਾ ਚਾਹੀਦਾ ਹੈ। ਜੇਕਰ ਕੋਈ ਇਸ ਤਰ੍ਹਾਂ ਨਾਲ ਪੁੱਛੇ ਤਾਂ ਯੀਸ਼ੂ ਇਹ ਜਵਾਬ ਦਿੰਦੇ, ਮਤੀ ਅਧਿਆਇ 5 ਵਚਨ 20, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ, ਭਾਈ ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਸੇ ਵਿਧ ਨਾ ਵੜੋਗੇ। ਉਸ ਵਾਕ ਵਿੱਚ ਇੱਕ ਮਹੱਤਵਪੂਰਨ ਸੋਧ ਹੈ। ਇਹ ਕੀ ਹੈ? ਇਹ ਸ਼ਬਦ ਹੈ ਕਿਸੇ ਵਿਧ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ, ਭਾਈ ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਸੇ ਵਿਧ ਨਾ ਵੜੋਗੇ। ਸਾਰੇ ਲੋਕੋ, ਜੇਕਰ ਅਸੀਂ ਇਹਨਾਂ ਮਾਮਲਿਆਂ ਨੂੰ ਅਣਡਿੱਠਾ ਕਰੀਏ ਅਤੇ ਕਹੀਏ ਕਿ ਇਹ ਸਿਰਫ ਇੱਕ ਨੈਤਿਕ ਸਬਕ ਨਹੀਂ ਹੈ ਜੋ ਪਰਮੇਸ਼ਵਰ ਲੋਕਾਂ ਨੂੰ ਸਫਲ ਹੋਣ ਦੇ ਲਈ ਦਿੰਦੇ ਹਨ, ਸਾਡੇ ਇਸ ਤਰ੍ਹਾਂ ਕਰਨ ਜਾਂ ਨਾ ਕਰਨ ਨਾਲ ਕੀ ਕੋਈ ਫਰਕ ਪਵੇਗਾ? ਬਿਲਕੁਲ ਨਹੀਂ। ਇਹ ਵਚਨ ਕਿ ਤੁਸੀਂ ਸਵਰਗ ਦੇ ਰਾਜ ਵਿੱਚ ਕਦੀ ਪ੍ਰਵੇਸ਼ ਕਰਨ ਨਾ ਪਾਓਗੇ ਮੇਰੀ ਸਲਾਹ ਜਾਂ ਮੇਰਾ ਵਿਚਾਰ ਨਹੀਂ ਹੈ। ਇਹ ਸਾਰੀ ਮਨੁੱਖ ਜਾਤੀ ਨੂੰ ਦਿੱਤੀ ਗਈ ਪਰਮੇਸ਼ਵਰ ਦੀ ਸਿੱਧੀ ਸਿੱਖਿਆ ਹੈ। ਇਸ ਲਈ ਜੋ ਲੋਕ ਸਵਰਗ ਦੇ ਵੱਲ ਜਾ ਰਹੇ ਹਨ, ਉਹਨਾਂ ਨੂੰ ਇਹਨਾਂ ਸਿੱਖਿਆਵਾਂ ਦਾ ਪਾਲਨ ਕਰਨਾ ਚਾਹੀਦਾ ਹੈ। ਆਓ ਅਸੀਂ ਸਾਰੇ ਜਗਤ ਦਾ ਨਮਕ ਅਤੇ ਚਾਨਣ ਬਣੀਏ ਅਤੇ ਬਹੁਤ ਸਾਰੀ ਆਤਮਾਵਾਂ ਨੂੰ ਪਰਮੇਸ਼ਵਰ ਦੀਆਂ ਬਾਹਾਂ ਵਿੱਚ ਲੈ ਜਾਈਏ, ਅਤੇ ਇਸ ਤਰ੍ਹਾਂ ਕਰਕੇ ਆਓ ਅਸੀਂ ਪਰਮੇਸ਼ਵਰ ਨੂੰ ਮਹਾਨ ਵਡਿਆਈ ਦੇਈਏ। ਇਸ ਦੇ ਨਾਲ ਮੈਂ ਅੱਜ ਦਾ ਉਪਦੇਸ਼ ਖਤਮ ਕਰਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।